ਗੁਰਬਖਸ਼ ਸਿੰਘ ਜੀ ਦਾ ਲੇਖ ਹੈ ਮੇਰਾ ਨਿਸਫਲ ਪਿਆਰ। ਠੀਕ ਮੈਂ ਕਦੇ ਉਹਨੂੰ ਛੂਹ ਕੇ ਨਹੀਂ ਵੇਖਿਆ, ਨਾ ਕਦੇ ਦਿਲ ਦੀ ਕੋਈ ਗੱਲ ਉਹਦੇ ਨਾਲ ਕੀਤੀ, ਨਾ ਉਹਦੀ ਕਦੇ ਸੁਣੀ। ਪੂਰਨ ਤੌਰ 'ਤੇ ਨਿਸਫਲ ਸੀ। ਤੁਸੀਂ ਆਖੋਗੇ ਮੇਰਾ ਪਿਆਰ ਨਿਸਫਲ ਹੀ ਹੋਵੇਗਾ, ਪਰ ਫਿਰ ਇਹ ਮੇਰੀ ਸਾਰੀ ਜ਼ਿੰਦਗੀ ਵਿੱਚ ਐਉਂ ਕਿਉਂ ਰਚ ਗਿਆ ਜਿਉਂ ਫੁੱਲ ਪੱਤਰ ਫਲ ਟਹਿਣੀਆਂ ਵਿੱਚ ਬਿਰਛ ਦਾ ਰਸ। ਅਜੇ ਪੂਰੇ 35 ਵਰ੍ਹਿਆਂ ਦੀ ਗੱਲ ਹੈ। ਮੈਂ 10ਵੀਂ ਜਮਾਤ ਦਾ ਇਮਤਿਹਾਨ ਦਿੱਤਾ ਸੀ। ਧਨ ਤੇ ਰਿਸ਼ਤੇਦਾਰਾਂ ਦੀ ਘਾਟ ਕਰਕੇ ਘਰੋਂ ਬਾਹਰ ਘੱਟ ਹੀ ਕਦੇ ਗਿਆ ਸਾਂ, ਪਰ ਐਤਕੀ ਜ਼ਿੱਦ ਕਰਕੇ ਮੈਂ ਆਪਣੀ ਵਿਧਵਾ ਮਾਂ ਨੂੰ ਮਨਾ ਹੀ ਲਿਆ ਤੇ 2 ਜੋੜੇ ਕੱਪੜਿਆਂ ਦੇ ਗੰਢ ਵਿੱਚ ਬੰਨ੍ਹ ਕੇ ਮੈਂ ਕਿਸੇ ਦੂਰ ਨੇੜੇ ਦੇ ਸਾਕਾਂ ਦੇ ਘਰ ਚਲਾ ਗਿਆ। ਇਸ ਸ਼ਹਿਰ ਵਿੱਚ ਮੈਂ ਆਪਣੇ ਪਿਤਾ ਜੀ ਦੇ ਜਿਉਂਦਿਆਂ 3 ਵਾਰੀ ਆਇਆ ਸਾਂ। ਇਹ ਬਚਪਨ ਦੇ ਸੁਪਨਿਆਂ ਦਾ ਸ਼ਹਿਰ ਸੀ। ਜਦੋਂ ਮੈਂ ਇੱਥੋਂ ਮੁੜਦਾ ਹੁੰਦਾ ਸਾਂ, ਇਹਦੇ ਸੁਪਨੇ ਮੈਨੂੰ 15 ਦਿਨ ਆਉਂਦੇ ਰਹਿੰਦੇ ਸਨ। ਇੱਥੇ ਮੇਰਾ ਜੀਅ ਕਰਦਾ ਸੀ ਮੈਂ ਚੰਗਾ ਦਿਸਾਂ। ਘਰ ਮੈਂ ਵਰਜਿਸ਼ ਦੇ ਕਈ ਵਾਰੀ ਨੇਮ ਬਣਾਏ, ਪਰ ਕਦੇ ਤੋੜ ਨਾ ਚੜਾਏ। ਇੱਥੇ ਰੋਜ਼ਾਨਾ ਸ਼ਾਮ ਸਵੇਰੇ ਤੁਰ ਕੋਠੇ ਉੱਤੇ ਚੜ੍ਹ ਕੇ ਮੁੰਗਲੀਆਂ ਫੇਰਦਾ ਤੇ ਡੰਡ ਬੈਠਕਾਂ ਕੱਢਦਾ ਸਾਂ। ਤੇ ਉਸ ਦਿਨ ਤੋਂ ਮੇਰੇ ਸ਼ੌਂਕ ਦਾ ਕੋਈ ਖੁਮਾਰ ਨਾ ਰਿਹਾ। ਜਿਸ ਦਿਨ ਮੈਨੂੰ ਯਕੀਨ ਹੋ ਗਿਆ ਕਿ ਸਾਹਮਣੇ ਘਰ ਦੀ ਰੌਂਸ ਉੱਤੇ ਪਿੱਠ ਦੇ ਕੇ ਬੈਠੀ ਕੁੜੀ ਉਦੋਂ ਹੀ ਉੱਥੇ ਬਹਿੰਦੀ ਸੀ ਜਦੋਂ ਮੈਂ ਵਰਜਿਸ਼ ਕਰਦਾ ਸਾਂ। ਭਾਵੇਂ ਉਹਦੀਆਂ ਅੱਖਾਂ ਮੈਂ ਆਪਣੇ ਪਿੰਡੇ ਉੱਤੇ ਪੈਂਦੀਆਂ ਕਦੇ ਨਹੀਂ ਸਨ ਵੇਖੀਆਂ, ਪਰ ਕਿਸੇ ਤਰ੍ਹਾਂ ਦੀ ਤਾਰ ਉਸ ਰੌਂਸ ਤੋਂ ਮੇਰੇ ਤੱਕ ਤਣੀ ਮਹਿਸੂਸ ਹੁੰਦੀ ਸੀ। ਉਹਨੂੰ ਉਹਦੇ ਘਰ ਦੇ ਥੜੇ ਉੱਤੇ ਕਸੀਦਾ ਕੱਢਦਿਆਂ ਮੈਂ ਵੇਖਿਆ ਹੋਇਆ ਸੀ। ਉਹ ਉਮਰੋਂ ਮੇਰੇ ਨਾਲੋਂ ਵੱਡੀ ਨਹੀਂ ਸੀ ਜਾਪਦੀ। ਮੇਰਾ 16ਵਾਂ ਵਰ੍ਹਾ ਅਜੇ ਮੁੱਕਾ ਨਹੀਂ ਸੀ। ਉਹ ਸਾਡੇ ਮੁਹੱਲੇ ਦੀ ਬੜੀ ਸੋਹਣੀ ਕੁੜੀ ਗਿਣੀ ਜਾਂਦੀ ਸੀ। ਮੈਂ ਕਈ ਵਾਰੀ ਉਹਦੇ ਨਕਸ਼ ਜਾਚਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਮੈਂ ਵੇਖਦਾ ਉਹਦੀ ਸਮੁੱਚੀ ਰੂਹ ਮੇਰਾ ਧਿਆਨ ਹਰ ਪਾਸਿਓਂ ਹਟਾ ਦਿੰਦੀ। ਮੈਂ ਨਾ ਹੀ ਜਾਚ ਸਕਿਆ ਕਿ ਉਹਦਾ ਕੱਦ ਕਿੱਡਾ ਸੀ, ਉਸ ਦੇ ਨੈਣ ਕਿਹੋ ਜਿਹੇ ਸਨ। ਮੈਨੂੰ ਇੰਨਾ ਹੀ ਪਤਾ ਲੱਗ ਸਕਿਆ ਕਿ ਉਹਦਾ ਮੂੰਹ ਬੜਾ ਖੁਸ਼ ਤੇ ਉਹਦੀ ਅਦਾ ਵਿੱਚ ਬੜਾ ਲਿਹਾਜ਼ ਸੀ। ਘਰੋਂ ਪਤਾ ਲੱਗਾ ਉਹਦੇ ਵਿਆਹ ਨੂੰ 6 ਮਹੀਨੇ ਹੋਏ ਸਨ। ਉਹਦੇ ਸਹੁਰੇ ਵਿੱਚ ਹੀ ਸਨ। ਉਹ 1-2 ਰਾਤਾਂ ਲਈ ਸਹੁਰੇ ਚਲੀ ਜਾਂਦੀ ਸੀ। ਉਦੋਂ ਰੌਂਸ ਖਾਲੀ ਹੁੰਦੀ ਤੇ ਮੇਰੀ ਵਰਜਿਸ਼ ਝੱਟ ਹੀ ਖਤਮ ਹੋ ਜਾਂਦੀ ਸੀ। ਦਿਨ ਗਰਮੀਆਂ ਦੇ ਸਨ। ਠੰਡਾ ਪਾਣੀ ਹਰ ਕਿਸੇ ਦਾ ਜਿਉਕਾ ਸੀ। ਇੱਕ ਖੂਹ ਸਾਡੇ ਤੇ ਇੱਕ ਉਹਨਾਂ ਦੇ ਪਾਸੇ ਸੀ। ਕਿਸੇ ਦੇ ਮੂੰਹੋਂ ਪਾਣੀ ਨਿਕਲਿਆ ਨਹੀਂ ਕਿ ਮੈਂ ਡੋਲ ਫੜ ਕੇ ਖੂਹ ਵੱਲ ਨੱਸਿਆ ਨਹੀਂ। ਉਸ ਖੂਹ ਵੱਲ ਜਿੱਦੇ ਰਾਹ ਵਿੱਚ ਮੱਖਣੀ ਦਾ ਘਰ ਸੀ। ਮੱਖਣੀ ਦੇ ਘਰ ਵੀ ਠੰਡੇ ਪਾਣੀ ਦੇ ਲੋੜਵੰਦ ਕਈ ਹੋਣਗੇ। ਉਹ ਵੀ 2-3 ਫੇਰੇ ਮਾਰਦੀ ਸੀ। ਉਸ ਖੂਹ ਵੱਲ ਜਿੱਦੇ ਰਾਹ ਵਿੱਚ ਸਾਡਾ ਘਰ ਆਉਂਦਾ ਸੀ। ਮੈਂ ਬਾਰੀ ਵਿੱਚੋਂ ਆਉਂਦੀ ਜਾਂਦੀ ਦਾ ਰਾਹ ਵਹਿੰਦਾ ਸਾਂ। ਨੇੜੇ ਆਉਂਦੀ ਤਾਂ ਕੰਧ ਪਿੱਛੇ ਲੁਕ ਜਾਂਦਾ ਸਾਂ, ਮਤੇ ਉਹ ਮੈਨੂੰ ਭੈੜਾ ਮੁੰਡਾ ਸਮਝੇ। ਇੱਕ ਦਿਨ ਲੁਕ ਨਾ ਸਕਿਆ। ਅਸੀਂ ਸਾਹਮਣੇ ਹੋ ਗਏ। ਗਲੀ ਖਾਲੀ ਸੀ। ਕਾਂ ਅੱਖ ਨਿਕਲਦੀ ਸੀ। ਚਾਈ ਪਾਣੀ ਪਿਲਾਉਣ ਵਾਲਿਆਂ ਦੇ ਸਿਵਾ ਕੋਈ ਜਾਗਦਾ ਵੀ ਨਹੀਂ ਹੋਣਾ। ਭਰਾ ਜੀ, ਠੰਡਾ ਪਾਣੀ ਪੀ ਲਓ। ਪਹਿਲੀ ਵਾਰ ਮੈਂ ਉਹਦੀ ਆਵਾਜ਼ ਸੁਣੀ ਤਾਂ ਅੱਗੇ ਵੀ ਹੋਵੇਗੀ, ਪਰ ਇਹ ਉਹਦੇ ਲਫ਼ਜ਼ ਮੇਰੀ ਮਲਕੀਅਤ ਸਨ। ਮੈਨੂੰ ਹੱਥ ਪੈਰ ਪੈ ਗਏ। ਸੁੱਜੇ ਨਾ ਪਾਣੀ ਪਵਾਵਾਂ ਕਾਹਦੇ ਵਿੱਚ? ਰਸੋਈ ਦਾ ਕੁੰਡਾ ਖੋਲ੍ਹਿਆ। ਕੋਈ ਜਾਗ ਪਏਗਾ। ਜੂਠੇ ਭਾਂਡਿਆਂ ਦਾ ਢੇਰ ਲੱਗਾ ਹੋਇਆ ਸੀ। ਦੌੜ ਕੇ ਇਹਨਾਂ ਵਿੱਚੋਂ ਹੀ ਗਲਾਸ ਮੈਂ ਚੁੱਕ ਲਿਆ ਤੇ ਪਾਣੀ ਭਰਵਾ ਲਿਆ। ਸ਼ੁਕਰੀਆ ਕਰਨਾ ਵੀ ਮੈਨੂੰ ਨਾ ਆਇਆ। ਮੱਖਣੀ ਪਾਣੀ ਦੇ ਕੇ ਚਲੀ ਗਈ। ਮੈਂ ਜੂਠੇ ਗਲਾਸ ਵਿੱਚੋਂ ਸੁੱਚਾ ਪਾਣੀ ਘੁੱਟ ਕਰਕੇ ਪੀ ਲਿਆ। ਉਹ ਮੇਰੀ ਕੀ ਲੱਗਦੀ ਸੀ? ਮੈਂ ਉਹਦੇ ਕੋਲੋਂ ਕੀ ਚਾਹੁੰਦਾ ਸਾਂ? ਮੈਂ ਕਦੇ ਸੋਚਿਆ ਨਹੀਂ ਸੀ। ਮੈਨੂੰ ਇੰਨਾ ਪਤਾ ਸੀ ਕਿ ਇਹ ਅਵਸਥਾ ਮਨ ਦੀ ਮੈਂ ਅੱਗੇ ਕਦੀ ਨਹੀਂ ਸੀ ਵੇਖੀ। ਕੋਈ ਕੰਮ ਔਖਾ ਨਹੀਂ ਸੀ ਲੱਗਦਾ। ਕੋਈ ਆਦਮੀ ਭੈੜਾ ਨਹੀਂ ਸੀ ਜਾਪਦਾ। ਘਰ ਵਿੱਚ ਉਦਮੀ ਹੋਣ ਦੀ ਜ਼ਰਾ ਸ਼ੌਹਰਤ ਨਾ ਰੱਖਦਿਆਂ ਹੋਇਆ ਇੱਥੇ ਹਰ ਕਿਸੇ ਦੇ ਕਰਨ ਲਈ ਕਾਹਲਾ ਸਾਂ।
ਆਪਣੇ ਕੱਪੜੇ ਆਪ ਧੋ ਲੈਂਦਾ ਸਾਂ। 3 ਹਫ਼ਤੇ ਲੰਘਦੇ ਜਾਪੇ ਨਾ, ਦਿਨ ਵੀ ਉੱਡਦੇ ਤੇ ਮੈਂ ਵੀ ਉੱਡਦਾ ਫਿਰਦਾ ਸਾਂ। ਇੱਕ ਦਿਨ ਮੈਂ ਮੱਖਣੀ ਦੇ ਘਰ ਕੋਲੋਂ ਲੰਘਿਆ ਜਾ ਰਿਹਾ ਸਾਂ। ਉਸ ਮੈਨੂੰ ਆਵਾਜ਼ ਦਿੱਤੀ। ਉਸ ਨੇ ਖੱਤ ਲਿਖਿਆ ਹੋਇਆ ਸੀ ਤੇ ਸਿਰਨਾਵਾ ਪੁਆਣਾ ਸੀ। ਉਹ ਪਤਾ ਬੋਲਦੀ ਗਈ, ਮੈਂ ਲਿਖਦਾ ਗਿਆ। ਉਹਦੀ ਜ਼ਬਾਨ ਤੇ ਮੇਰੀ ਕਲਮ ਬੈਟਰੀ ਦੇ 2 ਸਿਰੇ ਸਨ ਤੇ ਇਹਨਾਂ ਦੇ ਚੱਕਰ ਵਿੱਚ 2 ਦਿਲ ਜੁੜੇ ਸਨ। ਕੁਝ ਅੰਦਰ ਆ ਰਿਹਾ ਸੀ, ਕੁਝ ਬਾਹਰ ਜਾ ਰਿਹਾ ਸੀ। ਸਿਰਨਾਵਾ ਲਿਖ ਕੇ ਮੈਂ ਜਵਾਬੀ ਕਾਰਡ ਦੀ ਅੰਦਰਲੀ ਲਿਖਾਈ ਵੱਲ ਧਿਆਨ ਮਾਰਿਆ। ਤੁਸੀਂ ਕਿੱਡਾ ਸੋਹਣਾ ਲਿਖਦੇ ਹੋ, ਮੈਂ ਆਖਿਆ। ਤੁਸੀਂ ਐਵੇਂ ਆਖਦੇ ਹੋ, ਮੇਰੀ ਲਿਖਾਈ ਤਾਂ ਸੱਸ ਮੇਰੀ ਆਂਦੀ ਏ ਪੜ੍ਹੀ ਨਹੀਂ ਜਾਂਦੀ, ਮੱਖਣੀ ਨੇ ਬੜੇ ਭੋਲੇ ਭਾ ਆਖਿਆ। ਪਰ ਮੈਂ ਐਵੇਂ ਨਹੀਂ ਸੀ ਆਖਿਆ। ਲਿਖਾਈ ਨਹੀਂ ਪੜ੍ਹੀ ਜਾਂਦੀ ਹੋਣੀ, ਮੈਂ ਉਹਦੇ ਵਿੱਚੋਂ ਕੁਝ ਪੜ੍ਹਿਆ ਨਹੀਂ। ਮੈਂ ਅੱਖਰ ਵੇਖੇ ਸਨ, ਉਹਨਾਂ ਵਿੱਚੋਂ ਮੱਖਣੀ ਦੇ ਮੂੰਹ ਵਰਗੀ ਸਰਲਤਾ ਸੀ। ਉਹੋ ਜਿਹੇ ਅੱਖਰ ਮੈਂ ਫੇਰ ਕਦੇ ਨਹੀਂ ਵੇਖੇ। ਤੇ ਇਹ ਖੱਤ ਢੱਕ ਕੇ ਵੀ ਪਾ ਦੇਣਾ? ਪਾ ਦਿਓਗੇ ਨਾ? ਉਸ ਪੁੱਛਿਆ। ਸਭ ਤੋਂ ਪਹਿਲਾ ਕੰਮ ਮੈਂ ਇਹੀ ਕਰਾਂਗਾ, ਮੈਂ ਆਖਿਆ। ਪਰ ਇਸ ਦੇ ਉਲਟ 2 ਘੰਟੇ ਮੈਂ ਹੱਟੀ ਫਿਰਦਾ ਰਿਹਾ। ਐਤਵਾਰ ਹੋਣ ਕਰਕੇ ਡਾਕਖਾਨਾ ਬੰਦ ਸੀ ਤੇ ਮੈਂ ਚਾਹੁੰਦਾ ਸਾਂ ਕਿਤੋਂ ਕੋਈ ਜਵਾਬੀ ਖੱਤ ਲੱਭ ਕੇ ਉਸ ਉੱਤੇ ਮੱਖਣੀ ਦੇ ਲਿਖੇ ਦੀ ਨਕਲ ਕਰ ਦਿਆਂ। ਉੜਕ ਖੱਤ ਮਿਲ ਗਿਆ। ਮੈਂ ਉਸ 'ਤੇ ਨਕਲ ਕੀਤੀ, ਢੱਕ ਕੇ ਪਾਇਆ ਤੇ ਮੱਖਣੀ ਦਾ ਖੱਤ ਬੋਝੇ ਵਿੱਚ ਸਾਂਭ ਲਿਆ। ਖੱਤ ਪਾ ਦਿੱਤਾ ਸਾਜੇ? ਮੱਖਣੀ ਨੇ ਸ਼ਾਮੀ ਮੈਨੂੰ ਵੇਖ ਕੇ ਪੁੱਛਿਆ। ਹਾਂ ਜੀ, ਮੈਂ ਜਿੰਨਾ ਚਿਰ ਖੱਤ ਨਹੀਂ ਪਾਇਆ ਹੋਰ ਕੁਝ ਕੀਤਾ ਨਹੀਂ। ਮੱਖਣੀ ਨੀਝ ਲਾ ਕੇ ਮੇਰੀ ਛਾਤੀ ਵੱਲ ਵੇਖ ਰਹੀ ਸੀ। ਅੱਗੇ ਉਸ ਕਦੇ ਇਸ ਤਰ੍ਹਾਂ ਨਹੀਂ ਸੀ ਤੱਕਿਆ। ਮੈਂ ਬੇਆਰਾਮੀ ਨਾਲ ਆਪਣੀ ਛਾਤੀ ਵੱਲ ਵੇਖਿਆ। ਮੇਰੀ ਕਮੀਜ਼ ਦੇ ਬੋਝੇ ਵਿੱਚੋਂ ਉਹਦਾ ਜਵਾਬੀ ਕਾਰਡ ਦਾ ਕਿੰਗਰਾ ਦਿਸ ਰਿਹਾ ਸੀ। ਮੈਂ ਸ਼ਰਮਿੰਦਾ ਹੋ ਗਿਆ। ਪਰ ਮੈਂ ਤੁਹਾਡਾ ਖੱਤ ਜ਼ਰੂਰ ਪਾ ਦਿੱਤਾ ਏ। ਜੇ ਤੁਹਾਨੂੰ ਜਵਾਬ ਨਾ ਆਇਆ ਤਾਂ ਮੈਨੂੰ ਆਖਣਾ। ਮੱਖਣੀ ਹੱਸ ਪਈ। ਪਰ ਝੂਠ ਬੋਲਣ ਦੀ ਲੋੜ ਕੀ ਏ? ਯਾਦ ਨਾ ਰਿਹਾ ਤਾਂ ਕੀ ਹੋਇਆ, ਹੁਣ ਪਾ ਆਇਓ। ਸੱਚੀ ਮੰਨੋ, ਉਹ ਖੱਤ ਮੈਂ ਢੱਕ ਕੇ ਪਾ ਦਿੱਤਾ। ਤੇ ਉਹ ਕੀ ਏ? ਮੱਖਣੀ ਨੇ ਮੇਰੇ ਬੋਝੇ ਵੱਲ ਉਂਗਲ ਕੀਤੀ। ਬੜੀ ਸ਼ਰਮਸਾਰੀ ਨਾਲ ਮੈਂ ਮੱਖਣੀ ਅੱਗੇ ਇਕਬਾਲ ਕੀਤਾ ਤੇ ਮੁੜ ਉਹਦੇ ਮੂੰਹ 'ਤੇ ਮੈਂ ਵੇਖਦਾ ਸਾਂ ਕਿ ਉਹ ਮੈਨੂੰ ਭੈੜਾ ਮੁੰਡਾ ਤਾਂ ਨਹੀਂ ਸੀ ਸਮਝ ਰਹੀ। ਜੇ ਤੁਸੀਂ ਇਸ ਖੱਤ ਨੂੰ ਕਰੋਗੇ ਕੀ? ਮੱਖਣੀ ਨੇ ਪੁੱਛਿਆ। ਜੇ ਤੁਸੀਂ ਗੁੱਸਾ ਨਹੀਂ ਕੀਤਾ ਤਾਂ ਹੋਰ ਪੁੱਛੋ ਵੀ ਨਾ। ਪਤਾ ਨਹੀਂ ਮੈਂ ਕੀ ਕਰਾਂਗਾ। ਆਖ ਕੇ ਮੈਂ ਉਹਦੇ ਕੋਲ ਖੜੋਤਾ ਨਾ ਰਹਿ ਸਕਿਆ। ਦੂਜੇ ਦਿਨ ਮੈਂ ਇੱਕ ਦੁਕਾਨ ਤੋਂ ਉਹ ਖੱਤ ਚੌਕਟੇ ਵਿੱਚ ਜੜਾ ਲਿਆਂਦਾ ਤੇ ਕਮੀਜ਼ ਵਿੱਚ ਲਪੇਟ ਕੇ ਗੰਢ ਵਿੱਚ ਸਾਂਭ ਛੱਡਿਆ। ਜਦੋਂ ਦੁਪਹਿਰੀ ਸਾਰਾ ਘਰ ਸੋ ਜਾਂਦਾ, ਮੈਂ ਉਹ ਖੱਤ ਵੇਖ ਲਿਆ ਕਰਦਾ ਸਾਂ। ਉਹਦਾ ਮਜ਼ਮੂਨ ਪੜ੍ਹਨ ਦੀ ਉਤਸੁਕਤਾ ਮੈਨੂੰ ਨਹੀਂ ਹੋਣੀ, ਕਿਉਂਕਿ ਇੱਕ ਗੱਲ ਵੀ ਉਸ ਖੱਤ ਵਿੱਚ ਲਿਖੀ ਮੈਨੂੰ ਯਾਦ ਨਹੀਂ। ਪੂਰਾ ਮਹੀਨਾ ਬੀਤ ਗਿਆ। ਮੈਂ ਆਪਣੀ ਸਵਰਗ ਦੀ ਗੱਲ ਕਿਸੇ ਅੱਗੇ ਨਹੀਂ ਸੀ ਕੀਤੀ, ਪਰ ਸਵਰਗ ਤਾਰਿਆਂ ਵਾਂਗ ਖੁਦ ਰੋਸ਼ਨ ਹੁੰਦੇ ਹਨ। ਰੌਂਸ ਉੱਤੇ ਬੈਠੀ ਦੀ ਪਿੱਠ, ਥੜੇ ਉੱਤੇ ਬੈਠੀ ਦਾ ਨੀਵਾਂ ਮੂੰਹ ਤੇ ਖੂਹ ਤੋਂ ਆਉਂਦੀ ਦੀ ਤੌਰ 'ਤੇ ਸਿਵਾ ਮੈਂ ਮੱਖਣੀ ਦਾ ਕੁਝ ਨਹੀਂ ਸੀ ਵੇਖਿਆ। ਲੋਕਾਂ ਨੇ ਪਤਾ ਨਹੀਂ ਕਿੱਥੋਂ ਕਿੰਨਾ ਕੁਝ ਵੇਖ ਲਿਆ।